ਹੈਲੋ ਸਟੂਡੈਂਟਸ, ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਡਿਫਰੈਂਟ ਟਾਈਪ ਆਫ ਟਰਾਂਸਮਿਸ਼ਨ ਮੀਡੀਆ। ਪਿਛਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਕੰਪਿਊਟਰ ਨੈਟਵਰਕ ਕੀ ਹੁੰਦਾ ਹੈ, ਕਿੰਨੇ ਤਰ੍ਹਾਂ ਦਾ ਹੁੰਦਾ ਹੈ। ਕੰਪਿਊਟਰ ਨੈਟਵਰਕ ਕਮਿਊਨੀਕੇਸ਼ਨ ਪਰਪਸ ਦੇ ਲਈ ਯੂਜ਼ ਹੁੰਦਾ ਜਦੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਡਿਵਾਈਸਿਸ ਆਪਸ ਦੇ ਵਿੱਚ ਕਨੈਕਟ ਕੀਤੇ ਜਾਂਦੇ ਆ ਫॉर ਦਾ ਸ਼ੇਅਰਿੰਗ ਪਰਪਸ, ਕਿ ਉਹ ਡਾਟਾ ਸ਼ੇਅਰ ਕਰ ਸਕਣ। ਡਾਟਾ ਲਾਈਕ ਕੋਈ ਵੀ ਫਾਈਲ ਹੈ, ਕੋਈ ਵੀ ਆਡੀਓ ਫਾਈਲ ਹੈ, ਵੀਡੀਓ ਫਾਈਲ ਹੈ, ਟੈਕਸਟ ਫਾਈਲ ਹੈ, ਜਾਂ ਆਪਾਂ ਕਹਿ ਦਈਏ ਕਿ ਕੋਈ ਵੀ ਪਿਕਚਰ ਹੈ, ਤਾਂ ਉਹ ਸਭ ਕੁਝ ਆਪਣਾ ਡਾਟਾ ਹੁੰਦਾ। ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਸ਼ੇਅਰ ਕਰਨਾ ਹੁੰਦਾ ਦੈਨ ਆਪਾਂ ਨੂੰ ਸਾਰਿਆਂ ਪਹਿਲਾਂ ਕਨੈਕਟੀਵਿਟੀ ਦੀ ਲੋੜ ਹੁੰਦੀ ਹੈ। ਉਸ ਕਨੈਕਟੀਵਿਟੀ ਨੂੰ ਆਪਾਂ ਬੋਲਦੇ ਹਾਂ ਕੰਪਿਊਟਰ ਨੈਟਵਰਕ। ਕੰਪਿਊਟਰ ਨੈਟਵਰਕ ਦੀ ਫਿਰ ਆਪਾਂ ਟਾਈਪਸ ਪੜ੍ਹੀਆਂ। 3 ਤਰ੍ਹਾਂ ਦੇ ਨੈਟਵਰਕ ਹੁੰਦੇ ਆ: ਲੈਨ, ਮੈਨ, ਵੈਨ। ਲੈਨ ਇਜ਼ ਅ ਲੋਕਲ ਏਰੀਆ ਨੈਟਵਰਕ ਜੋ ਲਿਮਿਟਿਡ ਜਿਹੜੀ ਹੈਗੀ ਡਿਸਟੈਂਸ 'ਤੇ ਯੂਜ਼ ਹੁੰਦਾ, ਲਾਈਕ ਵਿਦ ਇਨ ਅ ਬਿਲਡਿੰਗ। ਇੱਕ ਬਿਲਡਿੰਗ ਦੇ ਵਿੱਚ ਜਿਹੜੇ ਡਿਵਾਈਸਿਸ ਆਪਸ ਦੇ ਵਿੱਚ ਅਗਰ ਆਪਾਂ ਕਨੈਕਟ ਕਰਨੇ ਆ ਤਾਂ ਉਹ ਲੈਨ ਟੈਕਨੋਲੋਜੀ ਦੇ ਨਾਲ ਲੋਕਲ ਏਰੀਆ ਨੈਟਵਰਕ ਦੇ ਰਾਹੀਂ ਕਨੈਕਟ ਹੋਣਗੇ। ਉਸ ਤੋਂ ਬਾਅਦ ਆਉਂਦਾ ਮੈਟਰੋਪੋਲੀਟਨ ਏਰੀਆ ਨੈਟਵਰਕ, ਜਿਹੜਾ ਹੈਗਾ ਮੈਨ। ਮੈਨ ਦੇ ਵਿੱਚ ਕੀ ਹੈ ਕਿ ਜਿਹੜੇ ਡਿਵਾਈਸਿਸ ਵਿਦ ਇਨ ਅ ਸਿਟੀ ਜਿਵੇਂ ਆਪਾਂ 10 ਕਿਲੋਮੀਟਰ ਦਾ ਡਿਸਟੈਂਸ ਤੱਕ ਆਪਾਂ ਕਹਿ ਦਈਏ ਕਿ ਜਿਹੜਾ ਹੈਗਾ ਡਿਵਾਈਸਿਸ ਆਪਸ ਦੇ ਵਿੱਚ ਕੰਬਾਈਨ ਕਰਨੇ ਆ, ਅਟੈਚ ਕਰਨੇ ਆ, ਤਾਂ ਉਹ ਜਿਹੜੇ ਡਿਵਾਈਸਿਸ ਹੈਗੇ ਆ ਉਹ ਜਿਹੜੇ ਨੈਟਵਰਕ ਦੇ ਵਿੱਚ ਆਉਣਗੇ, ਦੈਟ ਇਜ਼ ਮੈਨ ਨੈਟਵਰਕ। ਥਰਡ ਹੈਗਾ ਵੈਨ, ਵਾਈਡ ਏਰੀਆ ਨੈਟਵਰਕ। ਵਾਈਡ ਏਰੀਆ ਨੈਟਵਰਕ ਹੈ ਕਿ ਜਦੋਂ ਆਪਾਂ ਪੂਰੇ ਵਰਲਡ ਦੇ ਵਿੱਚ ਆਪਾਂ ਇੱਕ ਦੂਜੇ ਦੇ ਨਾਲ ਕਨੈਕਟੀਵਿਟੀ ਕਰਨੀ ਹੈ, ਡਿਵਾਈਸਿਸ ਆਪਸ ਦੇ ਵਿੱਚ ਅਟੈਚ ਕਰਵਾਉਣੇ ਆ ਥਰੂ ਗਾਈਡਡ ਔਰ ਅਨਗਾਈਡਡ ਮੀਡੀਆ। ਉਹ ਆਪਾਂ ਡਿਸਕਸ ਕਰਦੇ ਹਾਂ ਵੀ ਕਿਹੜਾ ਗਾਈਡਡ ਹੈ, ਕਿਹੜਾ ਅਨਗਾਈਡਡ ਮੀਡੀਆ ਹੈ। ਡਿਫਰੈਂਟ ਟਾਈਪ ਆਫ ਮੀਡੀਆ ਦੇ ਨਾਲ ਜਦੋਂ ਆਪਾਂ ਜਿਹੜੇ ਹੈਗੇ ਆ ਕਨੈਕਸ਼ਨ ਜਨਰੇਟ ਕਰ ਦਿੰਦੇ ਹਾਂ ਦੋ ਡਿਵਾਈਸਿਸ ਜਿਹੜੇ ਬਹੁਤ ਲੌਂਗ ਡਿਸਟੈਂਸ ਦੇ ਉੱਤੇ ਪਏ ਨੇ, ਤਾਂ ਉਸ ਨੂੰ ਆਪਾਂ ਵਾਈਡ ਏਰੀਆ ਨੈਟਵਰਕ ਦੇ ਵਿੱਚ ਕੰਸੀਡਰ ਕਰਦੇ ਹਾਂ। ਇਹਨਾਂ ਨੈਟਵਰਕਸ ਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਸ਼ੇਅਰਿੰਗ ਕਰ ਸਕਦੇ ਹਾਂ ਡਾਟਾ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ। ਅੱਜ ਆਪਾਂ ਕਰਦੇ ਹਾਂ ਕਿ ਜਦੋਂ ਆਪਾਂ ਇੱਕ ਡਿਵਾਈਸ ਨੂੰ ਦੂਜੇ ਡਿਵਾਈਸ ਦੇ ਨਾਲ ਕਨੈਕਟ ਕਰ ਦਿੱਤਾ ਹੈ ਅਤੇ ਉਹ ਡਾਟਾ ਸ਼ੇਅਰ ਕਰੇਗਾ। ਅਤੇ ਡਾਟਾ ਨੂੰ ਜਦੋਂ ਡਿਵਾਈਸਿਸ ਨੂੰ ਆਪਸ ਦੇ ਵਿੱਚ ਕਨੈਕਟ ਕਰਨਾ ਹੈ, ਕਿਸ ਮੀਡੀਆ ਦੇ ਥਰੂ ਸ਼ੇਅਰ ਕਰਨਾ ਹੈ, ਉਸ ਨੂੰ ਆਪਾਂ ਟਰਾਂਸਮਿਸ਼ਨ ਮੀਡੀਆ ਬੋਲਦੇ ਹਾਂ। ਟਰਾਂਸਮਿਸ਼ਨ ਮੀਡੀਆ ਉਹ ਵੇ ਹੈ, ਉਹ ਟੈਕਨੀਕ ਹੈ ਜਿਹਦੇ ਨਾਲ ਇੱਕ ਡਿਵਾਈਸ ਦੂਜੇ ਡਿਵਾਈਸ ਦੇ ਨਾਲ ਕਨੈਕਟ ਹੋ ਜਾਂਦਾ ਹੈ। ਅਤੇ ਇਹਦੇ ਵਿੱਚ ਆਪਣੇ ਕੋਲ 2 ਤਰ੍ਹਾਂ ਦਾ ਮੀਡੀਆ ਆਉਂਦਾ ਹੈ, ਗਾਈਡਡ ਮੀਡੀਆ, ਅਨਗਾਈਡਡ ਮੀਡੀਆ। ਗਾਈਡਡ ਮੀਡੀਆ ਹੁੰਦਾ ਜਿਹੜਾ ਥਰੂ ਵਾਇਰਸ ਆਪਾਂ ਕਨੈਕਟੀਵਿਟੀ ਕਰਦੇ, ਦੋ ਡਿਵਾਈਸ ਨੂੰ ਆਪਸ ਦੇ ਵਿੱਚ ਜੋੜਤਾ, ਆਪਾਂ ਵਿਚਕਾਰ ਉਹਨਾਂ ਡਿਵਾਈਸਿਸ ਦੇ ਵਿਚਕਾਰ ਵਾਇਰ ਦਾ ਕਨੈਕਸ਼ਨ ਸੀ। ਲਾਈਕ ਆਪਾਂ ਪਹਿਲਾਂ ਟੈਲੀਫੋਨ ਯੂਜ਼ ਕਰਦੇ ਸੀ, ਜਿਹੜੇ ਲੈਂਡਲਾਈਨ ਫੋਨ ਹੁੰਦੇ ਸੀ, ਤਾਂ ਉਹਨਾਂ ਦੀ ਵੀ ਆਪਸ ਦੇ ਵਿੱਚ ਜਿਹੜੀ ਕਨੈਕਟੀਵਿਟੀ ਸੀ ਉਹ ਕਾਹਦੇ ਥਰੂ ਹੁੰਦੀ ਸੀ, ਤਾਰਾਂ ਦੇ ਥਰੂ। ਆਪਣੇ ਮਤਲਬ ਵੀ ਉਹ ਜਿਹੜੇ ਹੈਗੇ ਟੈਲੀਫੋਨ ਲੇਨ ਲੱਗੀ ਹੁੰਦੀ ਸੀਗੀ ਅਤੇ ਉਹ ਲੇਨ ਦੇ ਵਿੱਚੋਂ ਤੁਹਾਨੂੰ ਕਨੈਕਸ਼ਨ ਮਿਲਦਾ ਸੀ ਤਾਰਾਂ ਦੇ ਰਾਹੀਂ ਮੋਬਾਈਲ ਤੁਹਾਡਾ ਹੈਗਾ ਲੈਂਡਲਾਈਨ ਫੋਨ ਦਾ। ਬਟ ਹੁਣ ਜਿਹੜੇ ਆਪਾਂ ਫੋਨ ਯੂਜ਼ ਕਰਦੇ ਆ ਇਹਦੇ ਵਿੱਚ ਕੀ ਹੈ, ਆਪਣੇ ਕੋਲ ਕੋਈ ਤਾਰ ਨਹੀਂ ਹੈ, ਆਪਾਂ ਵਿਦਆਊਟ ਐਨੀ ਮੀਡੀਆ, ਅਨਗਾਈਡਡ ਮੀਡੀਆ ਹੈ ਇਹ, ਜਿਹਦੇ ਵਿੱਚ ਬਿਨਾਂ ਕਿਸੇ ਤਾਰਾਂ ਤੋਂ ਆਪਾਂ ਕਨੈਕਟੀਵਿਟੀ ਕਰਦੇ ਹਾਂ ਦੋ ਡਿਵਾਈਸਿਸ ਦੀ ਆਪਸ ਦੇ ਵਿੱਚ। ਤਾਂ 2 ਤਰ੍ਹਾਂ ਦਾ ਮੀਡੀਆ ਹੈ, ਵਾਇਰ ਮੀਡੀਆ, ਵਾਇਰਲੈਸ ਮੀਡੀਆ। ਗਾਈਡਡ ਵਾਇਰ ਮੀਡੀਆ ਨੂੰ ਆਪਾਂ ਗਾਈਡਡ ਮੀਡੀਆ ਵੀ ਬੋਲਦੇ ਹਾਂ, ਅਤੇ ਜਿਹੜਾ ਹੈਗਾ ਦੂਸਰਾ ਵਾਇਰਲੈਸ ਮੀਡੀਆ ਉਹਨੂੰ ਆਪਾਂ ਅਨਗਾਈਡਡ ਮੀਡੀਆ ਵੀ ਬੋਲਦੇ ਹਾਂ। ਅਨਗਾਈਡਡ ਮੀਡੀਆ ਦੇ ਵਿੱਚ ਤੁਹਾਡੇ ਟਾਵਰਸ ਆ ਜਾਂਦੇ ਆ, ਤੁਹਾਡੇ ਜਿਹੜੇ ਹੈਗੇ ਆ ਮਾਈਕ੍ਰੋਵੇਵ ਜਿਹੜੀਆਂ ਰੇਜ਼ ਹੁੰਦੀਆਂ ਉਹ ਆ ਜਾਂਦੀਆਂ ਨੇ, ਜਾਂ ਤੁਹਾਡੇ ਕੀ ਆ ਜਾਂਦੇ ਸੈਟੇਲਾਈਟਸ ਆ ਜਾਂਦੇ ਨੇ। ਹੁਣ ਆਪਾਂ ਪਹਿਲਾ ਮੀਡੀਆ ਕਰਦੇ ਹਾਂ ਗਾਈਡਡ ਮੀਡੀਆ, ਫਿਜ਼ੀਕਲ ਮੀਡੀਆ। ਫਿਜ਼ੀਕਲ ਮੀਡੀਆ ਦੇ ਵਿੱਚ ਜਿਹੜੀਆਂ ਤਾਰਾਂ ਯੂਜ਼ ਹੁੰਦੀਆਂ ਹੈਗੀਆਂ, ਵਾਇਰਸ ਯੂਜ਼ ਹੁੰਦੀਆਂ, 3 ਤਰ੍ਹਾਂ ਦੀਆਂ ਤਾਰਾਂ ਯੂਜ਼ ਹੁੰਦੀਆਂ। ਪਹਿਲੀ ਇਹਦੇ ਵਿੱਚ ਹੈ ਟਵਿਸਟਡ ਪੇਅਰ। ਟਵਿਸਟਡ ਪੇਅਰ ਕੇਬਲ, ਇਹ ਜਿਹੜੀ ਕੇਬਲ ਯੂਜ਼ ਹੁੰਦੀ ਹੈ ਇਹ ਬੇਟਾ ਸਮੋਲ ਡਿਸਟੈਂਸ 'ਤੇ ਯੂਜ਼ ਹੁੰਦੀ ਹੈ। ਇਹ ਜਿਵੇਂ ਆਪਾਂ ਕੱਚੀਆਂ ਤਾਰਾਂ ਯੂਜ਼ ਕਰਦੇ ਹੁੰਦੇ ਹਾਂ ਘਰ ਦੇ ਵਿੱਚ, ਉਸ ਤਰ੍ਹਾਂ 2 ਤਾਰਾਂ ਆਪਸ ਦੇ ਵਿੱਚ ਟਵਿਸਟ ਕੀਤੀਆਂ ਪਈਆਂ ਹੁੰਦੀਆਂ ਨੇ, ਉਹਨਾਂ ਕਈ ਸਾਰੀਆਂ ਤਾਰਾਂ ਦੇ ਗੁੱਛੇ ਨੂੰ ਇੱਕ ਰੈਪ ਕਰ ਦਿੱਤਾ ਜਾਂਦਾ ਪਲਾਸਟਿਕ ਦੇ ਕਵਰ ਦੇ ਨਾਲ, ਉਹ ਬਣ ਜਾਂਦੀ ਹੈ ਟਵਿਸਟਡ ਪੇਅਰ। ਇਹਦਾ ਜਿਹੜਾ ਇੱਧਰ ਕਨੈਕਟਰ ਦਿੱਤਾ ਹੋਇਆ ਦੈਟ ਇਜ਼ RJ45 ਕਨੈਕਟਰ ਹੁੰਦਾ ਇਹਦਾ। ਜਿਵੇਂ ਆਪਾਂ ਮੋਬਾਈਲ ਫੋਨ ਚਾਰਜ ਕਰਦੇ ਹਾਂ ਤਾਂ ਮੋਬਾਈਲ ਫੋਨ ਦੀ ਜਿਹੜੀ ਵਾਇਰ ਹੈ, ਵਾਇਰ ਦੇ ਅੱਗੇ ਜਿਹੜੀ ਚਿੱਪ ਲੱਗੀ ਹੁੰਦੀ ਹੈ ਉਹ ਆਪਣਾ ਕਨੈਕਟਰ ਹੁੰਦਾ ਹੈ। ਉਹ ਚਿੱਪ ਦੇ ਨਾਲ ਜਿਹੜਾ ਆਪਾਂ ਜਿਹੜਾ ਹੈਗਾ ਆਪਣੇ ਪੋਰਟ ਦੇ ਵਿੱਚ ਪਾਉਂਦੇ ਹਾਂ, ਤਾਂ ਉਹ ਜਿਹੜਾ ਕਰੰਟ ਦੀ ਕਨੈਕਟੀਵਿਟੀ ਤੁਹਾਡੇ ਮੋਬਾਈਲ ਫੋਨ ਨਾਲ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਜਦੋਂ ਆਪਾਂ 2 ਡਿਵਾਈਸਿਸ ਨੂੰ ਆਪਸ ਦੇ ਵਿੱਚ ਅਟੈਚ ਕਰਨਾ ਹੈ ਤਾਂ ਉਹਨਾਂ ਦੇ ਲਾਸਟ ਦੇ ਉੱਤੇ, ਉਹਨਾਂ ਤਾਰਾਂ ਦੇ ਐਂਡ ਦੇ ਉੱਤੇ ਕੀ ਲੱਗੇ ਹੁੰਦੇ ਨੇ, ਕਨੈਕਟਰ ਲੱਗੇ ਹੁੰਦੇ ਨੇ। ਉਹ ਕਨੈਕਟਰ ਦੇ ਨਾਲ ਉਹ ਤਾਰ ਕਨੈਕਟ ਹੋ ਜਾਂਦੀ ਹੈ ਤੁਹਾਡੇ ਡਿਵਾਈਸ ਦੇ ਨਾਲ। ਡਿਵਾਈਸ ਤੁਹਾਡਾ ਮੋਬਾਈਲ ਫੋਨ ਹੋ ਸਕਦਾ, ਲੈਪਟਾਪ ਹੋ ਸਕਦਾ, ਜਾਂ ਕੋਈ ਵੀ ਆਮ ਡੈਸਕਟਾਪ ਸਿਸਟਮ ਹੋ ਸਕਦਾ। ਨੈਕਸਟ ਆਪਣੀ ਆਉਂਦੀ ਹੈ ਬੇਟਾ ਕੋਐਕਸੀਅਲ ਕੇਬਲ। ਕੋਐਕਸੀਅਲ ਕੇਬਲ ਜਿਹੜੀ ਹੁੰਦੀ ਹੈ ਉਹਦਾ ਜਿਹੜਾ ਇੱਥੇ ਆਪਾਂ ਜਿਹੜੀ ਕੇਬਲ ਦੀ ਤਾਰ ਹੈ, ਕੇਬਲ ਦੀ ਤਾਰ ਜੇ ਤੁਸੀਂ ਦੇਖੀ ਹੋਵੇ ਕਦੇ ਖੋਲ੍ਹ ਕੇ, ਤਾਂ ਵਿਚਕਾਰ ਅੰਦਰ ਜਿਹੜਾ ਕਾਪਰ ਦਾ ਇਨਸੂਲੇਟਰ ਹੁੰਦਾ ਹੈ,
ਜਿਹੜਾ ਕਾਪਰ ਕੰਡਕਟਰ ਹੁੰਦਾ ਹੈ, ਕਾਪਰ ਜਿਹੜਾ ਅੰਦਰ ਬਿਲਕੁਲ ਉਹਦੇ ਵਿੱਚੋਂ ਦੀ ਜਿਹੜਾ ਹੈਗਾ ਆਪਣੇ ਡਾਟਾ ਟਰਾਂਸਮਿਸ਼ਨ ਹੁੰਦੀ ਹੈ, ਉਹ ਕਾਪਰ ਦੀ ਜਿਹੜੀ ਤਾਰ ਹੈ ਉਹਦੇ ਵਿੱਚ ਡਾਟਾ ਟਰਾਂਸਮਿਸ਼ਨ ਹੁੰਦੀ ਹੈ। ਉਸ ਨੂੰ ਉੱਪਰ ਪਲਾਸਟਿਕ ਨਾਲ ਆਈਸੋਲੇਟ ਕੀਤਾ ਜਾਂਦਾ। ਪਲਾਸਟਿਕ ਦਾ ਆਈਸੋਲੇਸ਼ਨ ਕਿਉਂ ਲੱਗਿਆ ਹੁੰਦਾ, ਤਾਂ ਕਿ ਜਿਹੜਾ ਡਾਟਾ ਉੱਤੇ ਟਰੈਵਲ ਹੋ ਰਿਹਾ ਨਾ, ਉਹ ਬਹੁਤ ਜ਼ਿਆਦਾ ਸੈਂਸਿਟਿਵ ਡਾਟਾ ਹੁੰਦਾ। ਆਡੀਓ ਤੇ ਵੀਡੀਓ, ਮੰਨ ਲਓ ਕਿਤੇ ਵੀ ਕੇਬਲ ਦੀ ਤਾਰ ਕਰੈਕ ਹੋ ਜਾਂਦੀ ਤਾਂ ਆਪਣੇ ਘਰ ਦੇ ਵਿੱਚ ਪ੍ਰੋਪਰ ਸਿਗਨਲ ਨਹੀਂ ਆਉਂਦਾ। ਰੀਜ਼ਨ ਕੀ ਹੁੰਦਾ ਹੈ ਕਿ ਉਹਦਾ ਜਿਹੜਾ ਆਊਟਰ ਕਵਰ ਅਗਰ ਟੁੱਟ ਜਾਂਦਾ ਹੈ ਤਾਂ ਜਿਹੜੀ ਕਾਪਰ ਦੀ ਵਾਇਰ ਹੈ ਉਹਦੇ ਵਿੱਚ ਡਿਸਟਰਬੈਂਸ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਆਪਾਂ ਨੂੰ ਕਈ ਸਾਰੀਆਂ ਲੇਅਰ ਦੇ ਨਾਲ ਇਹਨੂੰ ਕਵਰ ਕਰਕੇ ਰੱਖਿਆ ਜਾਂਦਾ। ਪਹਿਲੀ ਲੇਅਰ ਹੈ ਜਿਹੜੀ ਪਲਾਸਟਿਕ ਦਾ ਵਾਈਟ ਜਿਹਾ ਕਵਰ ਆਉਂਦਾ, ਉਸ ਤੋਂ ਬਾਅਦ ਕਾਪਰ ਦਾ ਪੂਰੀ ਸ਼ੀਲਡਿੰਗ ਆਉਂਦੀ ਹੈ, ਉਹ ਮੈਸ਼ ਇੱਕ ਜਾਲ ਜਿਹਾ ਲੱਗਾ ਹੁੰਦਾ ਹੈ। ਉਸ ਤੋਂ ਬਾਅਦ ਉੱਪਰ ਆਊਟਰ ਜੈਕਟ ਦੀ ਪੂਰੀ ਪਲਾਸਟਿਕ ਦੀ ਮੋਟੀ ਜੈਕਟ ਲੱਗੀ ਹੈ। ਇਸ ਦੇ ਨਾਲ ਕੀ ਹੈ, ਤੁਹਾਡਾ ਜਿਹੜਾ ਡਾਟਾ ਬਿਲਕੁਲ ਸੇਫ ਜਾਏਗਾ ਅਤੇ ਜਿਹੜੀ ਤਾਰ ਹੈ ਲੌਂਗ ਡਿਸਟੈਂਸ 'ਤੇ ਆਪਾਂ ਯੂਜ਼ ਕਰਨੀ ਹੈ ਅਤੇ ਡੈਮੇਜ ਹੋਣ ਦੇ ਖਤਰੇ ਦੇ ਬਹੁਤ ਘੱਟ ਹੁੰਦੇ ਆ ਅਤੇ ਬੜੀ ਰੀਜ਼ਨੇਬਲ ਜੀ ਪੈਂਦੀ ਹੈ ਆਪਾਂ ਨੂੰ। ਅਤੇ ਇਹਦਾ ਜਿਹੜਾ ਇੱਧਰ BNC ਕਨੈਕਟਰ ਹੈਗਾ, ਇਹਦੇ ਨਾਲ ਜਿਹੜੀ ਕਨੈਕਟੀਵਿਟੀ ਹੁੰਦੀ ਹੈ ਡਿਵਾਈਸ ਦੇ ਨਾਲ ਕਨੈਕਟਿਵ BNC ਕਨੈਕਟਰ ਦੇ ਨਾਲ ਹੁੰਦੀ ਹੈ। ਨੈਕਸਟ ਆਉਂਦੀ ਹੈ ਆਪਣੀ ਫਾਈਬਰ ਆਪਟਿਕਸ। ਫਾਈਬਰ ਆਪਟਿਕਸ ਕੀ ਹੁੰਦੀ ਹੈ? ਫਾਈਬਰ ਆਪਟਿਕਸ ਜਿਹਦੇ ਵਿੱਚ ਜਿਹੜਾ ਡਾਟਾ ਹੈ ਲਾਈਟ ਦੀ ਫੋਰਮ ਦੇ ਵਿੱਚ ਟਰਾਂਸਫਰ ਹੋ ਰਿਹਾ ਹੈ। ਇਹਦੇ ਵਿੱਚ ਜਿਹੜਾ ਲਾਈਟ ਹੈ ਆਪਾਂ ਸਾਰਿਆਂ ਨਾਲੋਂ ਜਿਹੜਾ ਹੈ ਬੈਸਟ ਮੀਡੀਆ ਆਫ ਟਰਾਂਸਮਿਸ਼ਨ ਮੰਨਦੇ ਹਾਂ। ਰੀਜ਼ਨ ਕੀ ਹੁੰਦਾ ਕਿ ਲਾਈਟ ਬਹੁਤ ਜ਼ਿਆਦਾ ਸਪੀਡ ਦੇ ਨਾਲ ਜਿਹੜੀ ਹੈਗੀ ਆ ਟਰਾਂਸਮਿਸ਼ਨ ਕਰਦੀ ਹੈ। ਲਾਈਟ ਦੀ ਜਿਹੜੀ ਸਪੀਡ ਹੈ ਸਾਰਿਆਂ ਨਾਲੋਂ ਜ਼ਿਆਦਾ ਫਾਸਟ ਹੈ ਪੂਰੇ ਯੂਨੀਵਰਸ ਦੇ ਵਿੱਚ। ਅਗਰ ਮੰਨਦੇ ਸਾਰਿਆਂ ਨਾਲੋਂ ਜ਼ਿਆਦਾ ਫਾਸਟ ਸਪੀਡ ਕੀ ਦੀ ਹੈ? ਲਾਈਟ ਦੀ। ਬਹੁਤ ਜ਼ਿਆਦਾ ਸਪੀਡਲੀ ਇਹ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਏਗਾ। ਸੋ ਆਪਾਂ ਅਗਰ ਡਾਟਾ ਕਰੰਟ ਦੀ ਫੋਰਮ, ਇਲੈਕਟ੍ਰੀਕਲ ਫੋਰਮ ਦੀ ਬਜਾਏ ਲਾਈਟ ਦੀ ਫੋਰਮ ਦੇ ਵਿੱਚ ਸੈਂਡ ਕਰਾਂਗੇ ਤਾਂ ਉਹ ਡਾਟਾ ਬਹੁਤ ਜ਼ਿਆਦਾ ਫਾਸਟ ਸਪੀਡ ਦੇ ਨਾਲ ਟਰਾਂਸਫਰ ਹੋਏਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਨਾਲ। ਅਤੇ ਇਸ ਦੇ ਲਈ ਆਪਣੇ ਕੋਲ ਜਿਹੜਾ ਬੈਸਟ ਮੀਡੀਆ ਹੈ ਜੇ ਅਗਰ ਆਪਾਂ ਲਾਈਟ ਦੀ ਫੋਰਮ ਦੇ ਵਿੱਚ ਡਾਟਾ ਟਰਾਂਸਫਰ ਕਰਨਾ, ਦੈਟ ਇਜ਼ ਫਾਈਬਰ ਆਪਟਿਕਸ। ਇਹਦੇ ਵਿੱਚ ਅੰਦਰ ਗਲਾਸ ਦਾ ਇੱਕ ਪਾਈਪ ਹੁੰਦੀ ਹੈ, ਬਹੁਤ ਬਰੀਕ ਪਾਈਪ, ਜਿਹਦੇ ਵਿੱਚੋਂ ਲਾਈਟ ਦੀ ਬੀਮ ਜਾਂਦੀ ਹੈ। ਉਸ ਤੋਂ ਉੱਪਰ ਹੁਣ ਇਹ ਗਲਾਸ ਦੀ ਪਾਈਪ ਹੈ ਜਿਹੜੀ ਹੈਗੀ ਹੈ, ਇਹਨੂੰ ਪ੍ਰੋਟੈਕਟ ਕਰਕੇ ਬਹੁਤ ਰੱਖਣਾ ਪਏਗਾ ਕਿਉਂਕਿ ਇਹ ਬਹੁਤ ਜ਼ਿਆਦਾ ਡੈਮੇਜ ਹੁੰਦੀ ਹੈ, ਬਹੁਤ ਜ਼ਿਆਦਾ ਕੋਸਟਲੀ ਪੈਂਦੀ ਹੈ ਤਾਰ, ਅਤੇ ਇਹਨੂੰ ਮੇਨਟੇਨ ਕਰਨਾ ਵੀ ਬਹੁਤ ਜ਼ਿਆਦਾ ਟਫ ਹੁੰਦਾ ਹੈ। ਕਿਉਂਕਿ ਜੇ ਤੁਸੀਂ ਲੌਂਗ ਡਿਸਟੈਂਸ 'ਤੇ ਇਹਨੂੰ ਯੂਜ਼ ਕਰਦੇ ਹੋ ਤਾਂ ਇਹ ਜਿਹੜੀਆਂ ਤਾਰਾਂ ਹੈਗੀਆਂ ਮਤਲਬ ਗਲਾਸ ਅੰਦਰ, ਅਤੇ ਗਲਾਸ ਕਦੋਂ ਮਰਜ਼ੀ ਡੈਮੇਜ ਹੋ ਸਕਦਾ। ਜਦੋਂ ਡੈਮੇਜ ਹੋ ਗਿਆ ਤਾਂ ਡਾਟਾ ਟਰਾਂਸਮਿਸ਼ਨ ਰੁਕ ਜਾਣੀ ਆ। ਤਾਂ ਇਹਦੇ ਵਿੱਚ ਵੀ ਇਹਨੂੰ ਵੀ ਕਈ ਸਾਰੇ ਜਿਹੜੀਆਂ ਹੈ ਲੇਅਰਸ ਦੇ ਨਾਲ ਸ਼ੀਲਡ ਕੀਤਾ ਜਾਂਦਾ, ਕਵਰ ਕੀਤਾ ਜਾਂਦਾ ਹੈ, ਤਾਂ ਕਿ ਜਿਹੜਾ ਡਾਟਾ ਹੈ ਬਿਲਕੁਲ ਐਕੂਰੇਟ ਜਿਹੜਾ ਹੈ ਸੈਂਡਰ ਕੋਲੋਂ ਰਿਸੀਵਰ ਕੋਲੇ ਪਹੁੰਚੇ। ਉਹਦੇ ਵਿੱਚ ਬਾਹਰ ਪਲਾਸਟਿਕ ਦੀ ਸ਼ੀਲਡ ਲੱਗੀ ਹੈ। ਪਲਾਸਟਿਕ ਦੀ ਸ਼ੀਲਡ ਤੋਂ ਬਾਅਦ ਫਿਰ ਇੱਕ ਮੈਸ਼, ਇੱਕ ਜਾਲ ਬਣੇਗਾ ਜਿਹਦੇ ਵਿੱਚ ਮਟੀਰੀਅਲ ਯੂਜ਼ ਹੁੰਦਾ ਹੈ, ਰੈਨਫੋਰਸਿੰਗ ਮਟੀਰੀਅਲ, ਜਿਹੜਾ ਪ੍ਰੋਟੈਕਟ ਕਰਕੇ ਰੱਖਦਾ ਤੁਹਾਡੇ ਡਾਟਾ ਨੂੰ ਬਾਹਰਲੇ ਡਿਸਟਰਬੈਂਸ ਤੋਂ, ਬਾਹਰਲੇ ਇਨਵਾਇਰਨਮੈਂਟ ਦੀ ਡਿਸਟਰਬੈਂਸ ਤੋਂ। ਫਿਰ ਇਸ ਤੋਂ ਬਾਅਦ ਆਊਟਰ ਜੈਕਟ ਹੁੰਦੀ ਹੈ। ਇਹਦੇ ਵਿੱਚ ਜਿਹੜੇ ਕਨੈਕਟਰ ਯੂਜ਼ ਹੁੰਦੇ ਆ SC ਕਨੈਕਟਰ ਯੂਜ਼ ਹੁੰਦੇ ਆ। ਡਿਵਾਈਸ ਦੇ ਨਾਲ ਅਟੈਚ ਕਰਨ ਵਾਸਤੇ ਇਹਦੇ ਕੋਲ SC ਕਨੈਕਟਰ ਹੁੰਦੇ ਆ। ਹੁਣ ਇਹ ਆਪਾਂ 3 ਵਾਇਰਸ ਕੀਤੀਆਂ, ਤਿੰਨੋਂ ਵਾਇਰਸ ਦੇ ਵਿੱਚ ਜਦੋਂ ਡਿਵਾਈਸ ਨਾਲ ਕਨੈਕਟ ਹੋਣਗੇ 3 ਤਰ੍ਹਾਂ ਦੇ ਆਪਾਂ ਕਨੈਕਟਰ ਕੀਤੇ ਨੇ। ਟਵਿਸਟਡ ਪੇਅਰ ਦੇ ਵਿੱਚ RJ45 ਜਿਹੜੀ ਕੋਐਕਸਲ ਕੇਬਲ ਹੈ ਦੈਟ ਇਜ਼ BNC ਕਨੈਕਟਰ ਯੂਜ਼ ਹੁੰਦੇ ਆ। ਫਾਈਬਰ ਆਪਟਿਕਸ ਦੇ ਵਿੱਚ SC ਕਨੈਕਟਰ ਯੂਜ਼ ਹੁੰਦੇ ਆ, ਅਤੇ ਇਹ ਆਪਣੇ ਤਾਰਾਂ ਦੀ ਟਾਈਪ ਹੈਗੀ ਆ। ਇਸ ਤਰੀਕੇ ਦੇ ਨਾਲ ਇਹਨਾਂ ਦੀ ਮੈਨੇਜ ਕੀਤਾ ਜਾਂਦਾ ਹੈ। ਨੈਕਸਟ ਹੈਗਾ ਕਿ ਜਦੋਂ ਆਪਾਂ ਵਾਇਰਲੈਸ ਮੀਡੀਆ ਦੇ ਨਾਲ ਕਨੈਕਟੀਵਿਟੀ ਕਰਦੇ ਹਾਂ। ਵਾਇਰਲੈਸ ਮੀਡੀਆ ਜਿਹਦੇ ਨਾਮ ਤੋਂ ਕਲੀਅਰ ਹੈ ਕਿ ਬੇਟਾ ਇਹਦੇ ਵਿੱਚ ਕੋਈ ਤਾਰਾਂ ਨਹੀਂ ਯੂਜ਼ ਕੀਤੀਆਂ ਜਾਂਦੀਆਂ। ਡਾਟਾ ਵੇਵ ਦੀ ਫੋਰਮ ਦੇ ਵਿੱਚ ਇੱਕ ਜਗ੍ਹਾ ਦੂਜੀ ਜਗ੍ਹਾ ਟਰਾਂਸਫਰ ਹੁੰਦਾ। ਇਹਦੇ ਵਿੱਚ ਸੈਟੇਲਾਈਟ ਯੂਜ਼ ਕੀਤੇ ਜਾਂਦੇ, ਰੂਟਰ ਯੂਜ਼ ਕੀਤੇ ਜਾਂਦੇ ਆ, ਬਲੂਟੁੱਥ ਜਿਹੜੇ ਆਪਾਂ ਯੂਜ਼ ਕਰਦੇ ਹਾਂ, ਤਾਂ ਇਹ ਸਾਰੇ ਵਾਇਰਲੈਸ ਮੀਡੀਆ ਦੇ ਵਿੱਚ ਆਉਂਦੇ ਆ। ਇਹ ਲਿਮਿਟਡ ਰੇਂਜ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ, ਲੌਂਗ ਰੇਂਜ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ, ਪੂਰੇ ਵਰਲਡ ਨੂੰ ਕਨੈਕਟ ਕਰਨਾ ਤਾਂ ਵੀ ਕਰ ਸਕਦੇ ਹੋ। ਸੈਟੇਲਾਈਟ ਐਸਟੈਬਲਿਸ਼ ਕਰਕੇ ਪੂਰੇ ਵਰਲਡ ਨੂੰ ਤੁਸੀਂ ਕਨੈਕਟ ਕਰ ਸਕਦੇ ਹੋ। ਹੁਣ ਇਹ ਹੈਗੇ ਆ ਜਿਹਦੇ ਵਿੱਚ ਬਿਨਾਂ ਕਿਸੇ ਤਾਰਾਂ ਦੇ ਆਪਾਂ ਡਿਵਾਈਸਿਸ ਦੀ ਕਨੈਕਟੀਵਿਟੀ ਕਰਦੇ ਹਾਂ। ਸਿਗਨਲਸ ਦੇ ਨਾਲ ਜਿਹੜੇ ਟਾਵਰਸ ਲੱਗਦੇ ਹੈ ਉਹਨਾਂ ਦੇ ਨਾਲ ਜੇ ਵਿਦਆਊਟ ਐਨੀ ਵਾਇਰ ਜਦੋਂ ਡਿਵਾਈਸ ਆਪਸ ਦੇ ਵਿੱਚ ਕਨੈਕਟ ਹੁੰਦੇ ਆ, ਉਸ ਮੀਡੀਆ ਨੂੰ ਆਪਾਂ ਬੋਲਦੇ ਹਾਂ ਵਾਇਰਲੈਸ ਮੀਡੀਆ ਦੇ ਨਾਲ ਆਪਣੀ ਡਿਵਾਈਸਿਸ ਦੀ ਕਨੈਕਟੀਵਿਟੀ ਹੋਈ ਹੈ। ਹੁਣ ਇਹਨਾਂ ਆਪਸ ਦੇ ਵਿੱਚ ਕੰਪੈਰੀਜ਼ਨ ਕਰਨਾ। ਸਾਨੂੰ ਪਹਿਲੀ ਚੀਜ਼ ਆਉਂਦੀ ਹੈ ਕੰਪੈਰੀਜ਼ਨ ਕਰਨ ਵਾਸਤੇ ਬੈਂਡਵਿਡਥ। ਬੈਂਡਵਿਡਥ ਦਾ ਮਤਲਬ ਕੀ ਹੈ ਕਿ ਜਿਹੜਾ ਡਾਟਾ ਤੁਸੀਂ ਟਰਾਂਸਫਰ ਕਰ ਰਹੇ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ, ਉਹ ਜਿਹੜਾ ਡਾਟਾ ਹੈ ਕਿੰਨੀ ਸਪੀਡ ਦੇ ਨਾਲ ਟਰਾਂਸਫਰ ਹੋ ਰਿਹਾ ਪਰ ਸੈਕਿੰਡ। ਤਾਂ ਜਿਹੜੀ ਬੈਂਡਵਿਡਥ ਟਵਿਸਟਡ ਪੇਅਰ ਦੀ ਹੈ, ਬੈਂਡਵਿਡਥ ਦਾ ਮਤਲਬ ਹੈ ਕਿ ਡਾਟਾ ਕਿਸ ਸਪੀਡ ਦੇ ਨਾਲ ਟਰਾਂਸਫਰ ਹੋ ਰਿਹਾ ਪਰ ਸੈਕਿੰਡ ਦੇ ਵਿੱਚ। ਉਹਨੂੰ ਮੈਜ਼ਰ ਕਰਨ ਦਾ ਇੱਕ ਜਿਹੜਾ ਹੈਗਾ ਆਪਣੇ ਕੋਲ ਯੂਨਿਟ ਹੈ, ਦੈਟ ਇਜ਼ ਬਿਟ ਪਰ ਸੈਕਿੰਡ। ਅਤੇ ਇਹਦੇ ਵਿੱਚ ਜਿਹੜਾ ਹੈਗਾ ਟਵਿਸਟਡ ਪੇਅਰ ਦੀ ਜਿਹੜੀ ਹੈਗੀ ਬੈਂਡਵਿਡਥ ਦੈਟ ਇਜ਼ 1 GB ਪਰ ਸੈਕਿੰਡ। 1 GB 1 ਗੀਗਾਬਾਈਟ ਡਾਟਾ ਜਿਹੜਾ ਹੈਗਾ ਟਰਾਂਸਫਰ ਹੁੰਦਾ ਹੈ 1 ਸੈਕਿੰਡ ਦੇ ਵਿੱਚ। ਕੋਐਕਸਲ ਕੇਬਲ ਦੀ 10 ਤੋਂ ਲੈ ਕੇ 100 ਮੈਗਾਬਿਟ ਪਰ ਸੈਕਿੰਡ ਹੈ। ਫਾਈਬਰ ਆਪਟਿਕਸ ਦੀ 10 ਗੀਗਾਬਿਟ ਪਰ ਸੈਕਿੰਡ ਹੈ। ਸਭ ਨਾਲੋਂ ਜ਼ਿਆਦਾ ਹਾਈਐਸਟ ਜਿਹੜੀ ਇਹਦੀ
ਹੈਗੀ ਆ ਕੈਪੈਸਿਟੀ ਹੈਗੀ ਹੈ, ਬੈਂਡਵਿਡਥ ਹੈਗੀ ਆ ਫਾਈਬਰ ਆਪਟਿਕਸ ਦੀ ਹੈ, ਕਿਉਂਕਿ ਇਹਦੇ ਵਿੱਚ ਲਾਈਟ ਦੀ ਫਾਰਮ ਦੇ ਵਿੱਚ ਡਾਟਾ ਟ੍ਰਾਂਸਫਰ ਹੋ ਰਿਹਾ। ਉਸ ਤੋਂ ਬਾਅਦ ਵਾਇਰਲੈਸ ਲੈਨ ਦੇ ਵਿੱਚ ਜਿਹੜੀ ਟਰਾਂਸਮਿਸ਼ਨ ਸਪੀਡ ਹੁੰਦੀ ਹੈ ਦੈਟ ਇਜ਼ 54 MB ਪਰ ਸੈਕਿੰਡ, ਮੈਗਾਬਿਟ ਪਰ ਸੈਕਿੰਡ, ਠੀਕ ਹੈ ਜੀ। ਇਹ ਆਪਣੀ ਟਰਾਂਸਮਿਸ਼ਨ ਰੇਟ ਹੈ ਡਿਫਰੈਂਟ ਮੀਡੀਆ ਦੀ। ਨੈਕਸਟ ਹੈ ਡਿਸਟੈਂਸ, ਜਿਹੜੇ ਟਵਿਸਟਡ ਪੇਅਰ ਹੈ ਤੁਸੀਂ 100 ਮੀਟਰ ਤੇ ਯੂਜ਼ ਕਰ ਸਕਦੇ ਹੋ, ਕੋਐਕਸੀਅਲ ਕੇਬਲ ਅਪ ਟੂ 500 ਕਿਲੋਮੀਟਰ ਤੁਸੀਂ ਯੂਜ਼ ਕਰ ਸਕਦੇ ਹੋ, ਫਾਈਬਰ ਆਪਟਿਕਸ 60 ਕਿਲੋਮੀਟਰ ਤੱਕ ਤੁਸੀਂ ਯੂਜ਼ ਕਰ ਸਕਦੇ ਹੋ, ਅਤੇ ਵਾਇਰਲੈਸ ਲੈਨ ਹੈ ਤੁਸੀਂ 100 ਮੀਟਰ ਤੱਕ ਯੂਜ਼ ਕਰ ਸਕਦੇ ਹੋ। ਪ੍ਰਾਈਸ ਇਹਦੇ ਜਿਹੜੇ ਹੈਗੇ ਆ ਟਵਿਸਟਡ ਪੈਸਾ ਨੂੰ ਜ਼ਿਆਦਾ ਐਕਸਪੈਂਸਿਵ ਤੁਹਾਡੀ ਫਾਈਬਰ ਆਪਟਿਕਸ ਪੈਂਦੀ ਆ, ਬਾਕੀ ਸਾਰੀਆਂ ਮਤਲਬ ਵੀ ਰੀਜ਼ਨੇਬਲ ਜੀਆਂ ਪੈ ਜਾਂਦੀਆਂ, ਕਿਉਂਕਿ ਫਾਈਬਰ ਆਪਟਿਕਸ ਨੂੰ ਮੇਨਟੇਨ ਕਰਨਾ ਅਤੇ ਮੈਨੇਜ ਕਰਨਾ ਅਤੇ ਸਾਰਿਆਂ ਨਾਲੋਂ ਜ਼ਿਆਦਾ ਗਲਾਸ ਉਹਦੇ ਵਿੱਚ ਯੂਜ਼ ਹੁੰਦਾ ਹੈਗਾ। ਇਹਦੇ ਵਿੱਚ ਸਾਰਿਆਂ ਨਾਲੋਂ ਬੈਸਟ ਕੁਆਲਿਟੀ ਦੇ ਵਿੱਚ ਡਾਟਾ ਟ੍ਰਾਂਸਫਰ ਹੁੰਦਾ, ਸੋ ਇਹਨਾਂ ਦੀ ਜਿਹੜੀ ਕੋਸਟ ਹੈ ਸਭ ਨਾਲੋਂ ਹਾਈ ਹੈ। ਨੈਕਸਟ ਹੈ ਕਿ ਜਦੋਂ ਤੁਸੀਂ ਡਿਵਾਈਸਿਸ ਆਪਸ ਦੇ ਵਿੱਚ ਅਟੈਚ ਕਰਨੇ ਹੈ, ਉਹ ਡਿਵਾਈਸਿਸ ਕਿਸ ਫੋਰਮ ਦੇ ਵਿੱਚ ਕਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਡਾਟਾ ਟ੍ਰਾਂਸਫਰ ਕਰਨਗੇ। ਤਾਂ ਇਹਦੇ ਵਿੱਚ ਤੁਹਾਡੇ ਜਿਹੜੇ ਹੈਲਪ ਕਰਦੇ ਆ ਦੈਟ ਇਜ਼ ਹੱਬ ਕੀ ਹੁੰਦਾ ਹੈ? ਹੱਬ ਇੱਕ ਤਰ੍ਹਾਂ ਦੇ ਡਿਵਾਈਸ ਹੈ ਜਿਹੜਾ ਕੀ ਕਰਦਾ ਇੱਕ ਪੋਰਟ ਤੋਂ ਦੂਜੇ ਪੋਰਟ ਤੱਕ ਡਾਟਾ ਟ੍ਰਾਂਸਫਰ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦਾ ਹੈ। ਮੰਨ ਲਓ ਇੱਕ ਕੰਪਿਊਟਰ ਨੇ ਦੂਜੇ ਕੰਪਿਊਟਰ ਨੂੰ ਡਾਟਾ ਟ੍ਰਾਂਸਫਰ ਕਰਨਾ ਹੈ, ਤਾਂ ਪਹਿਲੇ ਵਾਲਾ ਕੰਪਿਊਟਰ ਪਹਿਲਾਂ ਹੱਬ ਨੂੰ ਡਾਟਾ ਟ੍ਰਾਂਸਫਰ ਕਰੇਗਾ, ਹੱਬ ਅਗਲੇ ਪੋਰਟ ਨੂੰ ਸਿਲੈਕਟ ਕਰੇਗਾ, ਫਿਰ ਉਹਦੇ ਵਿੱਚ ਡਾਟਾ ਟ੍ਰਾਂਸਫਰ ਕਰ ਦੇਗਾ। ਹੱਬ ਦਾ ਨੀਚੇ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ, ਡਾਇਗਰਾਮ ਬਣਿਆ ਹੋਇਆ ਬੇਟਾ। ਇਹਦੇ ਵਿੱਚ ਜਿਹੜੀਆਂ ਦੋ ਤਾਰਾਂ ਲੱਗੀਆਂ, ਇੱਕ ਤੋਂ ਸਿਗਨਲ ਆਉਂਦਾ, ਦੂਜੇ 'ਚ ਸਿਗਨਲ ਦੂਜੇ ਰਾਹੀਂ ਜਾਂਦਾ ਹੈ। ਇਹਦੇ ਵਿੱਚ ਮਲਟੀਪਲ ਪੋਰਟ ਹੈ, ਦੇਖੋ 4 ਉੱਪਰ 4 ਨੀਚੇ 8 ਪੋਰਟ ਹੈ, ਯਾਨੀ ਇੱਕ ਹੱਬ ਦੇ ਨਾਲ 8 ਡਿਵਾਈਸ ਹੋਰ ਕਨੈਕਟ ਹੋ ਸਕਦੇ ਹੈ। ਇੱਕ ਦੀ ਤਾਰ ਲੱਗੀ ਹੈ ਯੈਲੋ ਕਲਰ ਦੀ ਜਿਹੜੀ ਤਾਰ ਹੈ, ਇੱਕ ਦੀ ਤਾਰ ਲੱਗੀ ਹੈ, ਬਾਕੀ ਡਿਵਾਈਸਿਸ ਹੋਰ ਵੀ ਤੁਸੀਂ ਕਨੈਕਟ ਕਰ ਸਕਦੇ ਹੋ। ਅਤੇ ਜਿਹੜਾ ਡਾਟਾ ਆਏਗਾ ਫਰੋਜ਼ੀ ਜਿਹੜੀ ਲਾਈਨ ਹੈ, ਇਸੇ ਵਾਇਰ ਹੈ, ਇਹਦੇ ਥਰੂ ਡਾਟਾ ਆਏਗਾ ਹੱਬ ਦੇ ਵਿੱਚ, ਅਤੇ ਟਰਾਂਸਮਿਸ਼ਨ ਹੋਏਗੀ ਅੱਗੇ 8 ਜਿਹੜੇ ਸਿਸਟਮ ਇਹਦੇ ਨਾਲ ਅਟੈਚ ਕਰਦੇ, 8 ਦੇ ਵਿੱਚੋਂ ਜਿਹਦਾ ਡਾਟਾ ਹੋਏਗਾ, ਜਿਹਨੂੰ ਭੇਜਿਆ ਗਿਆ ਹੋਏਗਾ, ਉਸ ਪਰਟੀਕੂਲਰ ਡਿਵਾਈਸ ਕੋਲ ਜਾਏਗਾ। ਨੈਕਸਟ ਆ ਗਈਆਂ ਸਵਿਚਸ ਕੀ ਕਰਦੀਆਂ? ਤੁਹਾਡਾ ਇੱਕ ਡਿਵਾਈਸ ਤੋਂ ਦੂਜੀ ਡਿਵਾਈਸ ਤੱਕ ਜਿਹੜਾ ਹੈ ਪਾਥ ਜਨਰੇਟ ਕਰਾਉਂਦੀਆਂ। ਮੰਨ ਲਓ ਸੋਰਸ ਨੇ ਡਾਟਾ ਡੈਸਟੀਨੇਸ਼ਨ ਨੂੰ ਭੇਜਣਾ ਹੈ, ਤਾਂ ਪਹਿਲਾਂ ਸੋਰਸ ਦਾ ਪਾਥ ਐਕਟੀਵੇਟ ਕਰੇਗਾ। ਜਦੋਂ ਸਵਿਚ ਕੋਲੇ ਡਾਟਾ ਆਏਗਾ, ਸਵਿਚ ਚੈੱਕ ਕਰੇਗਾ ਕਿ ਜਿਹੜੇ ਮੇਰੇ ਕੋਲ 4 ਡਿਵਾਈਸ ਹੈ, ਇਹਨਾਂ 4 ਡਿਵਾਈਸਿਸ ਦੇ ਵਿੱਚੋਂ ਕਿਹੜੇ ਡਿਵਾਈਸ ਦਾ ਐਡਰੈਸ ਲਿਖਿਆ ਹੋਇਆ ਹੈ, ਕਿਉਂਕਿ ਜਦੋਂ ਆਪਾਂ ਡਾਟਾ ਸੈਂਡ ਕਰਦੇ ਹਾਂ ਤਾਂ ਹਰ ਡਾਟਾ ਦੇ ਨਾਲ ਜਿਹੜੇ ਡਿਵਾਈਸ ਨੂੰ ਡਾਟਾ ਸੈਂਡ ਕਰਨਾ ਹੁੰਦਾ ਹੈ ਉਹਦਾ ਐਡਰੈਸ ਜ਼ਰੂਰ ਮੈਂਸ਼ਨ ਕੀਤਾ ਗਿਆ ਹੁੰਦਾ। ਫੋਰ ਐਗਜ਼ਾਮਪਲ ਕਿ ਜਿਵੇਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਲੈਟਰ ਭੇਜਦੇ ਸੀ, ਤਾਂ ਲੈਟਰ ਦੇ ਵਿੱਚ ਜਿਹੜਾ ਪੋਸਟਲ ਐਡਰੈਸ ਹੁੰਦਾ ਸੀ, ਜਿਹਨੇ ਸੈਂਡ ਕੀਤਾ ਉਹਦਾ ਵੀ ਹੁੰਦਾ ਸੀ, ਅਤੇ ਜਿਸ ਨੂੰ ਸੈਂਡ ਕੀਤਾ ਗਿਆ ਉਹਦਾ ਐਡਰੈਸ ਵੀ ਹੁੰਦਾ ਸੀ। ਤਾਂ ਜਦੋਂ ਇੱਥੋਂ ਆਪਾਂ ਆਪਣੇ ਡਰੋਪ ਕਰ ਦਿੱਤਾ ਲੈਟਰ ਬਾਕਸ ਦੇ ਵਿੱਚ ਆਪਾਂ ਲੈਟਰ, ਦੈਨ ਕੀ ਹੋਏਗਾ? ਡਾਕੀ ਆਏਗਾ, ਉਸ ਲੈਟਰ ਨੂੰ ਲੈ ਕੇ ਜਾਏਗਾ ਹੈੱਡ ਆਫਿਸ, ਪੋਸਟ ਆਫਿਸ ਲੈ ਕੇ ਜਾਏਗਾ। ਪੋਸਟ ਆਫਿਸ ਦੇ ਵਿੱਚੋਂ ਉਹਦੇ ਬੰਡਲ ਬਣਾ ਦਿੱਤੇ ਜਾਣਗੇ ਕਿ ਪਰਟੀਕੂਲਰ ਜਿਹੜੀ ਚਿੱਠੀ ਹੈ ਕਿਹੜੀ ਜਗ੍ਹਾ ਦੀ ਹੈ, ਫਿਰ ਉਸ ਜਗ੍ਹਾ 'ਤੇ ਪੋਸਟ ਆਫਿਸ 'ਤੇ ਉਹ ਭੇਜੀ ਜਾਏਗੀ, ਫਿਰ ਉੱਥੋਂ ਜਾ ਕੇ ਡਾਕੀਆ ਉਹ ਪਰਟੀਕੂਲਰ ਲੋਕੇਸ਼ਨ 'ਤੇ ਪਹੁੰਚਾਏਗਾ। ਸੇਮ ਕੰਮ ਜਿਹੜਾ ਡਾਕੀਏ ਦਾ ਉਹ ਸਵਿਚ ਕਰੇਗੀ, ਸੋਰਸ ਤੋਂ ਡਾਟਾ ਅਸੈਸ ਕਰੇਗੀ, ਉਹਨੂੰ ਸੋਰਟ ਕਰੇਗੀ, ਉਹਨੂੰ ਚੈੱਕ ਕਰੇਗੀ ਕਿ ਕਿਹੜੇ ਡੈਸਟੀਨੇਸ਼ਨ ਦਾ ਐਡਰੈਸ ਹੈ, ਅਤੇ ਉਸ ਐਡਰੈਸ ਨੂੰ ਚੈੱਕ ਕਰਨ ਤੋਂ ਬਾਅਦ ਉਹ ਪਰਟੀਕੂਲਰ ਜਿਹੜਾ ਡਿਵਾਈਸ ਹੈ ਉਹਦੇ ਪਾਥ ਨੂੰ ਐਕਟੀਵੇਟ ਕਰ ਦੇਗੀ। ਡਾਟਡ ਲਾਈਨ ਨਾਲ ਸ਼ੋ ਕੀਤਾ ਗਿਆ ਬੇਟਾ। ਤਾਂ ਉਸ ਪਾਥ ਨੂੰ ਐਕਟੀਵੇਟ ਕਰਨ ਤੋਂ ਬਾਅਦ ਡਾਟਾ ਉੱਥੇ ਟ੍ਰਾਂਸਫਰ ਹੋ ਜਾਏਗਾ। ਇਹ ਕੰਮ ਹੈਗਾ ਸਵਿਚ ਦਾ, ਦੋ ਡਿਵਾਈਸਿਸ ਨੂੰ ਆਪਸ ਦੇ ਵਿੱਚ ਕਨੈਕਟ ਕਰਨਾ ਅਤੇ ਉਹਨਾਂ ਦੇ ਪਾਥ ਨੂੰ ਜਨਰੇਟ ਕਰਾਉਣਾ, ਡਾਟਾ ਜਿਸ ਪਾਥ ਦੇ ਰਾਹੀਂ ਸੈਂਡ ਕੀਤਾ ਜਾਣਾ ਹੈ। ਨੈਕਸਟ ਆ ਗਏ ਰੂਟਰਸ। ਜਦੋਂ ਆਪਾਂ ਲੌਂਗ ਡਿਸਟੈਂਸ ਦੇ ਉੱਤੇ ਡਾਟਾ ਸੈਂਡ ਕਰਦੇ ਹਾਂ ਤਾਂ ਡਾਟਾ ਡਾਇਰੈਕਟਲੀ ਡਿਵਾਈਸ ਇੱਕ ਕੋਲੇ ਨਹੀਂ ਜਾਂਦਾ, ਕਈ ਸਾਰੇ ਵਿਚਕਾਰ ਜਿਹੜੇ ਹੈਗੇ ਆ ਪਾਥ ਉਹਦੀ ਹੈਲਪ ਕਰਦੇ ਆ। ਫੋਰ ਐਗਜ਼ਾਮਪਲ ਮੰਨ ਲਓ ਕਿ ਮੈਂ ਕਿਸੇ ਨੂੰ ਮੋਬਾਈਲ ਕਾਲ ਕੀਤੀ ਹੈ ਮੋਬਾਈਲ ਦੇ ਰਾਹੀਂ, ਅਤੇ ਉਹ ਬੰਦਾ ਹੈ, ਮੰਨ ਲਓ ਮੈਂ ਇੱਥੋਂ ਤਲਵੰਡੀ ਸਾਬੋ ਤੋਂ ਕਾਲ ਕੀਤੀ ਅਤੇ ਉਹ ਬੰਦਾ ਹਿਮਾਚਲ ਦੇ ਵਿੱਚ ਜਾ ਰਿਹਾ ਹੈ। ਨੰਬਰ ਕਿਤੋਂ ਮਰਜ਼ੀ ਦਾ ਕੋਈ ਮੈਟਰ ਨਹੀਂ ਹੈ, ਹਿਮਾਚਲ ਦੇ ਵਿੱਚ ਜਾ ਰਿਹਾ। ਤਾਂ ਸਾਰਿਆਂ ਨੂੰ ਪਹਿਲਾਂ ਕੀ ਹੋਏਗਾ, ਮੈਂ ਜਦੋਂ ਕਾਲ ਕਰਾਂਗੀ ਤਾਂ ਮੇਰੇ ਨੇੜੇ ਜਿਹੜਾ ਸਾਰਿਆਂ ਨਾਲੋਂ ਨੇੜੇ ਟਾਵਰ ਹੈ ਉਹ ਮੇਰੇ ਸਿਗਨਲ ਨੂੰ ਅਸੈਸ ਕਰੇਗਾ। ਉਹ ਮੇਰੇ ਸਿਗਨਲ ਨੂੰ ਅਸੈਸ ਕਰੇਗਾ ਤਾਂ ਮੇਰੇ ਜਿਹੜਾ ਆਵਾਜ਼ ਹੈ, ਜਿਹੜਾ ਮੇਰਾ ਡਾਟਾ ਹੈ, ਉਹ ਪਹਿਲਾਂ ਉਸ ਟਾਵਰ ਕੋਲੇ ਜਾਏਗਾ। ਫਿਰ ਉਹ ਟਾਵਰ ਹੈੱਡ ਆਫਿਸ ਤੱਕ, ਉਸ ਤੋਂ ਬਾਅਦ ਜਿੰਨੇ ਵੀ ਰਾਸਤੇ ਦੇ ਵਿੱਚ ਟਾਵਰ ਆਉਣਗੇ ਸਾਰੇ ਟਾਵਰਸ ਦੇ ਵਿੱਚ ਦੀ ਹੁੰਦਾ ਹੈੱਡ ਆਫਿਸ ਦੇ ਵਿੱਚ ਆਏਗਾ। ਹੈੱਡ ਆਫਿਸ ਫਿਰ ਚੈੱਕ ਕਰੇਗਾ ਕਿ ਜਿਹੜੇ ਨਾਲ ਮੈਂ ਕਨੈਕਟੀਵਿਟੀ ਕੀਤੀ ਹੈ, ਜਿਹੜੇ ਡਿਵਾਈਸ ਦੇ ਨਾਲ ਮੈਂ ਕਨੈਕਟੀਵਿਟੀ ਕੀਤੀ ਹੈ, ਜਾਂ ਜਿਹੜੇ ਐਡਰੈਸ ਦੇ ਨਾਲ, ਨੰਬਰ ਦੇ ਨਾਲ ਮੈਂ ਕਨੈਕਟੀਵਿਟੀ ਕੀਤੀ ਹੈ, ਉਹ ਨੰਬਰ ਐਟ ਪ੍ਰੈਜ਼ੈਂਟ ਕਿਹੜੇ ਟਾਵਰ ਦੀ ਰੇਂਜ ਦੇ ਵਿੱਚ ਹੈ। ਉਹ ਜੇ ਤਾਂ ਕਿਸੇ ਟਾਵਰ ਦੀ ਰੇਂਜ ਦੇ ਵਿੱਚ ਹੋਇਆ ਤਾਂ ਉਸ ਟਾਵਰ ਦੇ ਵਿੱਚ ਨੂੰ ਡਾਟਾ ਭੇਜ ਦਿੱਤਾ ਜਾਏਗਾ,
मतलब ਵਿਚਕਾਰ ਰਾਸਤੇ 'ਚ ਬਹੁਤ ਜ਼ਿਆਦਾ ਹੋਰ ਟਾਵਰ ਵੀ ਆਉਣਗੇ, ਇੱਕ ਟਾਵਰ ਤੋਂ ਦੂਜੇ ਟਾਵਰ ਇਸ ਤਰੀਕੇ ਜਾਂਦਾ ਜਾਂਦਾ ਉਹ ਲਾਸਟ ਉਸ ਟਾਵਰ ਤੱਕ ਪਹੁੰਚ ਜਾਏਗਾ ਜਿੱਥੇ ਮੇਰਾ ਜਿੱਥੇ ਨਾਲ ਮੈਂ ਕਨੈਕਟ ਕੀਤਾ ਹੈਗਾ ਉਹ ਡਿਵਾਈਸ ਦੀ ਲੋਕੇਸ਼ਨ ਹੈ। ਠੀਕ ਹੈ, ਅਤੇ ਜੇ ਉਸ ਦੇ ਨੇੜੇ ਕੋਈ ਟਾਵਰ ਨਾ ਹੋਇਆ ਦੈਨ ਮੈਨੂੰ ਮੈਸੇਜ ਆ ਜਾਏਗਾ ਕਿ ਇਟ ਇਜ਼ ਆਊਟ ਆਫ ਨੈਟਵਰਕ ਏਰੀਆ, ਅਤੇ ਇਹ ਟਾਵਰ ਹੈਗੇ ਆਪਣੇ ਰੂਟਰਸ। ਮੰਨ ਲਓ ਕਿ ਪਹਿਲੇ ਐਡਰੈਸ ਨੇ ਡਾਟਾ ਸੈਂਡ ਕੀਤਾ, ਸਾਰਿਆਂ ਨਾਲੋਂ ਪਹਿਲਾਂ ਰੂਟਰ ਏ ਕੋਲੇ ਜਾਏਗਾ, ਰੂਟਰ ਏ ਤੋਂ ਰੂਟਰ ਬੀ ਕੋਲੇ ਗਿਆ, ਰੂਟਰ ਬੀ ਤੋਂ ਉਹਨੇ ਦੇਖਿਆ ਕਿ ਜਿਹੜੇ ਡਿਵਾਈਸ ਨੂੰ ਡਾਟਾ ਸੈਂਡ ਕਰਨਾ ਉਹਦੇ ਨੇੜਲਾ ਰੂਟਰ ਕਿਹੜਾ ਹੈ, ਸੀ ਨੰਬਰ ਰੂਟਰ ਮੰਨ ਲਓ ਉਹਦਾ ਨੇੜਲਾ ਰੂਟਰ ਹੈ, ਦੈਨ ਉਹਦੇ ਕੋਲੇ ਡਾਟਾ ਗਿਆ, ਉਸ ਨੇ ਆਪਣੇ ਡੈਸਟੀਨੇਸ਼ਨ ਨੂੰ ਵੇਖ ਕੀਤਾ ਅਤੇ ਉਸ ਦੇ ਉੱਤੇ ਡਾਟਾ ਸੈਂਡ ਕਰ ਦਿੱਤਾ। ਤਾਂ ਰੂਟਰ ਦਾ ਕੰਮ ਕੀ ਹੈ ਕਿ ਡਿਫਰੈਂਟ ਟਾਈਪ ਆਫ ਜਿਹੜੇ ਹੈਗੇ ਆ ਰੂਟ ਦੇ ਥਰੂ, ਰਾਸਤੇ ਦੇ ਥਰੂ, ਵੇ ਦੇ ਥਰੂ ਜਿਹੜਾ ਟਰੈਵਲ ਕਰਦਾ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਅਤੇ ਰੂਟਰ ਉਹਨਾਂ ਨੂੰ ਰੀਜਨਰੇਟ ਕਰਨ ਦੇ ਵਿੱਚ, ਸਿਗਨਲਸ ਨੂੰ ਪ੍ਰੋਪਰ ਲੋਕੇਸ਼ਨ ਤੱਕ ਭੇਜਣ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ। ਨੈਕਸਟ ਆ ਗਏ ਗੇਟਵੇਜ਼। ਮੰਨ ਲਓ ਕਿ ਆਪਾਂ ਇੱਕ ਡਿਵਾਈਸ ਨੇ ਦੂਜੇ ਡਿਵਾਈਸ ਨੂੰ ਕਾਲ ਕੀਤੀ ਹੈ, ਕਿਸੇ ਕੋਲ ਕਿਸੇ ਤਰ੍ਹਾਂ ਦਾ ਨੈਟਵਰਕ ਹੈ, ਕਿਸੇ ਨੇ ਕੋਲ ਕਿਸੇ ਤਰ੍ਹਾਂ ਦਾ, ਮੰਨ ਲਓ ਮੈਂ ਵਟਸਐਪ ਕਾਲ ਕੀਤੀ ਆ, ਤਾਂ ਮੇਰੇ ਕੋਲ ਜਿਹੜਾ ਐਂਡਰੋਇਡ ਫੋਨ ਹੈ, ਬਟ ਜਿਹਨੂੰ ਮੈਂ ਕਾਲ ਕੀਤੀ ਉਹਦੇ ਕੋਲ ਐਪਲ ਦਾ ਫੋਨ ਹੈ, ਤਾਂ ਡਿਫਰੈਂਟ ਟੈਕਨੋਲੋਜੀ ਹੋ ਗਈ। ਤਾਂ ਇਹਦੇ ਵਿੱਚ ਕੀ ਹੋਗਾ, ਜਦੋਂ ਡਾਟਾ ਇੱਕ ਡਿਵਾਈਸ ਤੋਂ ਇੱਕ ਡਿਫਰੈਂਟ ਨੈਟਵਰਕ ਤੋਂ ਦੂਜੇ ਡਿਫਰੈਂਟ ਨੈਟਵਰਕ 'ਤੇ ਸੈਂਡ ਕਰਨਾ ਹੁੰਦਾ ਹੈ, ਦੈਨ ਗੇਟਵੇਜ਼ ਤੁਹਾਡੀ ਹੈਲਪ ਕਰਦੇ ਉਹਨਾਂ ਅਲੱਗ-ਅਲੱਗ ਨੈਟਵਰਕਸ ਜਿਹੜੇ ਡਿਸਸਿਮਿਲਰ ਨੈਟਵਰਕ ਹੈ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਦੇ ਵਿੱਚ। ਤਾਂ ਗੇਟਵੇ ਕੀ ਹੈਗੇ, ਜਦੋਂ ਅਲੱਗ-ਅਲੱਗ ਡਿਸਸਿਮਿਲਰ ਨੈਟਵਰਕ ਆਪਸ ਦੇ ਵਿੱਚ ਕਨੈਕਟ ਹੋਣੇ ਹੁੰਦੇ ਆ, ਤਾਂ ਗੇਟਵੇ ਕੁਛ ਹਾਰਡਵੇਅਰ ਐਂਡ ਸੌਫਟਵੇਅਰ ਦੀ ਕਲੈਕਸ਼ਨ ਹੁੰਦੀ ਹੈ ਜਿਹੜੀ ਤੁਹਾਡੀ ਹੈਲਪ ਕਰਦੀ ਹੈ ਉਹ ਡਿਫਰੈਂਟ ਨੈਟਵਰਕਸ ਦੇ ਜਿਹੜੇ ਡਿਵਾਈਸਿਸ ਆ ਉਹਨਾਂ ਨੂੰ ਕੰਬਾਈਨ ਕਰਨ ਦੇ ਵਿੱਚ, ਅਟੈਚ ਕਰਨ ਦੇ ਵਿੱਚ। ਨੈਕਸਟ ਆਉਂਦੀਆਂ ਬੇਟਾ ਫਾਇਰਵਾਲਸ। ਫਾਇਰਵਾਲਸ ਕੀ ਹੁੰਦੀਆਂ ਕਿ ਜਦੋਂ ਤੁਸੀਂ ਡਾਟਾ ਨੈਟਵਰਕ ਦੇ ਰਾਹੀਂ ਸ਼ੇਅਰ ਕਰਨਾ, ਆਊਟਰ ਨੈਟਵਰਕ ਤੋਂ ਇਨਸਾਈਡ ਨੈਟਵਰਕ ਜਾਣਾ ਹੈ, ਤਾਂ ਡਾਟਾ ਦੇ ਨਾਲ ਕਈ ਸਾਰੇ ਵਾਇਰਸਿਸ ਵੀ ਉਸ ਫਾਈਲ ਦੇ ਵਿੱਚ ਆਉਂਦੇ ਨੇ। ਤਾਂ ਕਿਉਂਕਿ ਜਦੋਂ ਆਪਾਂ ਡਾਟਾ ਟਰੈਵਲ ਕਰ ਰਿਹਾ ਨੈਟਵਰਕ ਦੇ ਵਿੱਚ, ਓਬਵੀਅਸ ਹੈ ਕੋਈ ਵੀ ਉਹਨੂੰ ਅਸੈਸ ਕਰਦਾ, ਕੋਈ ਵੀ ਉਹਨੂੰ ਚੇਂਜ ਕਰ ਸਕਦਾ, ਜਾਂ ਕੋਈ ਵੀ ਉਹਦੇ ਨਾਲ ਆਪਣੇ ਵਾਇਰਸ ਆਪਣੇ ਸਿਗਨਲ ਭੇਜ ਸਕਦਾ ਹੈ। ਤਾਂ ਫਾਇਰਵਾਲ ਤੁਹਾਡੇ ਜਿਹੜੇ ਡਿਵਾਈਸ ਹੈ ਤੁਹਾਡੇ ਨੈਟਵਰਕ ਨੂੰ ਪ੍ਰੋਟੈਕਟ ਕਰਕੇ ਰੱਖਦੀਆਂ ਕਿ ਆਊਟਸਾਈਡ ਦੇ ਵਿੱਚੋਂ ਸਿਰਫ ਅਤੇ ਸਿਰਫ ਉਹੀ ਡਾਟਾ ਆਵੇ ਜਿਹੜਾ ਤੁਹਾਡਾ ਅਥੋਰਾਈਜ਼ਡ ਡਾਟਾ ਹੈ, ਅਨਅਥੋਰਾਈਜ਼ਡ ਚੀਜ਼ਾਂ ਹੈਗੀਆਂ ਜਿਹੜੀਆਂ ਉਹਦੇ ਨਾਲ ਅਸੈਸ ਨਾ ਹੋਣ। ਇਸ ਨਾਲ ਪ੍ਰੋਬਲਮ ਆਏਗੀ, ਤੁਹਾਡਾ ਸਿਸਟਮ ਹੈਗਾ ਜਿਹੜਾ ਡੈਮੇਜ ਹੋ ਸਕਦਾ ਹੈ। ਸੋ ਇਸ ਤੁਹਾਡੇ ਸਿਸਟਮ ਨੂੰ, ਤੁਹਾਡੇ ਨੈਟਵਰਕ ਨੂੰ ਸਿਕਿਉਰਿਟੀ ਦੇਣ ਵਾਸਤੇ ਆਪਣੇ ਕੋਲ ਫਾਇਰਵਾਲਸ ਹੁੰਦੀਆਂ ਜਿਹੜੀਆਂ ਦੋ ਅਲੱਗ-ਅਲੱਗ ਤਰ੍ਹਾਂ ਦੇ ਜਾਂ ਦੋ ਤੋਂ ਜ਼ਿਆਦਾ ਨੈਟਵਰਕਸ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਡਿਫਰੈਂਟ ਜਿਹੜੀਆਂ ਉਹਦੇ ਵਿੱਚ ਜਿਹੜੇ ਵਾਇਰਸਿਸ ਆਉਂਦੇ ਉਹਨਾਂ ਨੂੰ ਰੋਕਣ ਦੇ ਵਿੱਚ ਤੁਹਾਡੀ ਹੈਲਪ ਕਰਦੀ ਹੈ। ਇਹ ਬੇਟਾ ਹੈਗਾ ਨੈਟਵਰਕ ਦੇ ਦੋ ਤਰ੍ਹਾਂ ਦੇ ਮੀਡੀਆ ਅਤੇ ਡਿਫਰੈਂਟ ਟਾਈਪ ਆਫ ਡਿਵਾਈਸਿਸ ਜਿਹੜੇ ਇਹਨਾਂ ਮੀਡੀਆ ਦੇ ਵਿੱਚ ਆਪਣੀ ਹੈਲਪ ਕਰਦੇ ਆ ਡਿਵਾਈਸਿਸ ਨੂੰ ਕਨੈਕਟ ਕਰਨ ਦੇ ਵਿੱਚ। ਇਹਦੇ ਨਾਲ ਹੀ ਤੁਹਾਡਾ ਜਿਹੜਾ ਕੰਪਿਊਟਰ ਨੈਟਵਰਕਸ ਦਾ ਜਿਹੜਾ ਚੈਪਟਰ ਹੈ ਉਹ ਕੰਪਲੀਟ ਹੁੰਦਾ ਹੈ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਦੈਨ ਤੁਸੀਂ ਮੈਸੇਜ ਲੀਵ ਕਰ ਦਿਓ ਬੇਟਾ, ਮੈਂ ਤੁਹਾਨੂੰ ਪਰਟੀਕੂਲਰ ਜਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਸਮਝ ਆਈ ਮੈਂ ਰਿਪੀਟ ਕਰ ਦਾਂਗੀ। ਓਕੇ ਬੱਚੇ, ਥੈਂਕ ਯੂ।